ਗੁੱਡ ਮਾਰਨਿੰਗ ਸਟੂਡੈਂਟਸ। ਅੱਜ ਆਪਾਂ ਆਪਣਾ ਚੈਪਟਰ 3 ਹਿਊਮਨ ਰਿਪਰੋਡਕਸ਼ਨ ਦੇ ਵਿੱਚ ਆਪਣਾ ਮੇਲ ਰਿਪਰੋਡਕਟਿਵ ਸਿਸਟਮ ਪੜ੍ਹਨ ਜਾ ਰਹੇ ਹਾਂ, ਕਿਉਂਕਿ ਆਪਾਂ ਫੇਜ਼ਿਸ ਦੇ ਵਿੱਚ ਫਸਟ ਫੇਜ਼ ਦੇ ਵਿੱਚ ਆਪਾਂ ਗੈਮੀਟੋਜੈਨੇਸਿਸ ਕੀਤਾ ਸੀ, ਜਿਹਦੇ ਵਿੱਚ ਹਿਊਮਨ ਮੇਲ ਆਪਣਾ ਸਪਰਮ ਪ੍ਰੋਡਿਊਸ ਕਰਦਾ ਹੈ ਔਰ ਹਿਊਮਨ ਫੀਮੇਲ ਓਵਾ ਪ੍ਰੋਡਿਊਸ ਕਰਦੀ ਹੈ। ਸੋ ਗੈਮੀਟਸ ਦੀ ਫਾਰਮੇਸ਼ਨ ਨੂੰ ਸਮਝਣ ਵਾਸਤੇ ਸਭ ਤੋਂ ਪਹਿਲਾਂ ਆਪਾਂ ਨੂੰ ਮੇਲ ਔਰ ਫੀਮੇਲ ਦਾ ਰਿਪਰੋਡਕਟਿਵ ਸਿਸਟਮ ਸਮਝਣਾ ਪਏਗਾ। And students, today we are going to study the human male reproductive system. आज ਆਪਾਂ ਹਿਊਮਨ ਮੇਲ ਰਿਪਰੋਡਕਟਿਵ ਸਿਸਟਮ ਦੇ ਵਿੱਚ ਜੋ ਟੌਪਿਕਸ ਪੜਾਂਗੇ, ਤਾਂ ਫਸਟ ਟੌਪਿਕ ਹੈਗਾ ਸਾਡਾ ਹਿਊਮਨ ਦਾ ਪ੍ਰਾਇਮਰੀ ਸੈਕਸ ਆਰਗਨ ਟੈਸਟਿਸ। ਆਪਾਂ ਟੈਸਟਿਸ ਦਾ ਐਕਸਟਰਨਲ ਸਟਰਕਚਰ ਕਰਾਂਗੇ, then LS of testis, then TS of seminiferous tubules, and then the presence of important cells inside the testes, that is germ cells, Sertoli cells and Leydig cells. Okay, we will start with the male sex organ, primary sex organ in male, that is testes. ਟੈਸਟਿਸ ਤੋਂ ਇਲਾਵਾ ਮੇਲ ਦੇ ਵਿੱਚ ਸੈਕੰਡਰੀ ਸੈਕਸ ਆਰਗਨਸ ਹੁੰਦੇ ਨੇ, ਡਕਟਸ ਹੁੰਦੇ ਨੇ, ਜਿਵੇਂ ਐਪੀਡਾਈਡਾਈਮਿਸ ਹੈ, ਵਾਸ ਡੈਫਰੈਂਸ ਹੈ, ਯੂਰੇਥਰਾ ਹੈ। ਦੈਨ ਕੁਛ ਗਲੈਂਡਸ ਹੁੰਦੇ ਨੇ, ਜਿਵੇਂ ਸੈਮੀਨਲ ਵੈਸੀਕਲ ਹੈ, ਪ੍ਰੋਸਟੇਟ ਗਲੈਂਡ ਹੈ, ਕਾਪਰ ਗਲੈਂਡ ਹੈ, ਦੈਨ ਐਕਸਟਰਨਲ ਜੈਨੀਟੇਲੀਆ ਪੈਨਿਸ। ਸੋ ਇਹ ਸਾਰੇ ਸੈਕੰਡਰੀ ਸੈਕਸ ਆਰਗਨਸ ਨੇ, ਇਹਨਾਂ ਨੂੰ ਆਪਾਂ ਡਿਟੇਲ ਦੇ ਵਿੱਚ ਆਪਾਂ ਨੈਕਸਟ ਲੈਕਚਰ ਦੇ ਵਿੱਚ ਪੜ੍ਹਾਂਗੇ। ਅੱਜ ਆਪਾਂ ਆਪਣਾ ਸਟਾਰਟ ਕਰਨ ਜਾ ਰਹੇ ਹਾਂ ਟੈਸਟਿਸ ਤੋਂ। Yes, students, ਸਾਡੇ human male ਦੇ ਵਿੱਚ there are pair of testes, and testes they are small sized oval shaped or almond shape ਵੀ ਕਹਿੰਦੇ ਨੇ, ਇੱਦਾਂ ਦੇ organs ਨੇ। testes ਦਾ ਜਿਹੜਾ length ਹੈਗਾ that is 4 to 5 centimeter, and ਜਿਹੜੀ width ਹੈਗੀ ਹੈ that is 2 to 3 centimeter। ਪਿੰਕ ਕਲਰ ਦੇ ਹੁੰਦੇ ਆ testes, ਔਰ testes ਜੋ ਹੈ ਇਹ they are present outside the abdominal cavity। ਸਾਡੀ ਬੋਡੀ ਦੇ ਵਿੱਚ ਇੱਕ ਲਾਰਜ ਬੋਡੀ ਕੈਵਿਟੀ ਹੈ ਵਿਚ ਇਜ਼ ਕਾਲਡ ਐਬਡੋਮਨ ਕੈਵਿਟੀ, ਜਿਸ ਦੇ ਵਿੱਚ ਇੰਪੋਰਟੈਂਟ ਆਰਗਨਸ ਨੇ, ਜਿਵੇਂ ਸਟਮਕ ਹੈ, ਸਮਾਲ ਇੰਟੈਸਟਾਈਨ ਹੈ, ਰੈਕਟਮ ਹੈ, ਲਿਵਰ ਹੈ, ਪੈਨਕ੍ਰੀਆਸ ਹੈ। ਬਟ ਜਿਹੜੇ ਸਾਡੇ ਟੈਸਟਿਸ ਨੇ ਦੇ ਆਰ ਪ੍ਰੈਜ਼ੈਂਟ ਆਊਟਸਾਈਡ ਦੈਟ ਕੈਵਿਟੀ। ਔਰ ਟੈਸਟਿਸ ਜੋ ਹੈ ਉਹ ਸਪੈਸ਼ਲ ਪਾਊਚਿਸ ਦੇ ਵਿੱਚ ਹੈਗੇ ਨੇ, ਸੈਕ ਲਾਈਕ ਸਟਰਕਚਰਸ ਨੇ, ਉਹਨਾਂ ਦੇ ਅੰਦਰ ਪ੍ਰੈਜ਼ੈਂਟ ਹੁੰਦੇ ਨੇ, ਔਰ ਇਸ ਨੂੰ ਅਸੀਂ ਬੋਲਦੇ ਹਾਂ ਸਕ੍ਰੋਟਮ, and they are also known as scrotal sac. Okay, testis ਦਾ ਪੋਜੀਸ਼ਨ ਨੂੰ ਸਮਝਣ ਵਾਸਤੇ ਇੱਥੇ ਮੈਂ ਇੱਕ ਬਹੁਤ ਸਿੰਪਲ ਡਾਇਗਰਾਮ ਬੱਚੇ ਡਰਾ ਕੀਤਾ ਹੈ, ਇਹਨੂੰ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਕਰੋ। ਇੱਥੇ ਕੀ ਹੈ, ਮੈਂ ਦੋ ਪਾਊਚ ਲਾਈਕ ਸਟਰਕਚਰਸ ਬਣਾਏ ਨੇ। ਇਹ ਦੋਨੋਂ ਪਾਊਚ ਕੀ ਨੇ, ਦੇ ਆਰ ਸਕ੍ਰੋਟਲ ਸੈਕ, ਐਂਡ ਦੋਨੋਂ ਸਕ੍ਰੋਟਲ ਸੈਕ ਜੋ ਹੈ ਦੇ ਆਰ ਸੈਪਰੇਟਿਡ ਬਾਈ ਅ ਸੈਪਟਮ। ਦੋਨੋਂ ਟੈਸਟਿਸ ਇੱਕ ਦੂਏ ਦੇ ਨੇੜੇ ਨੇੜੇ ਹਨ, ਪਾਊਚ ਲਾਈਕ ਸਟਰਕਚਰ ਦੇ ਵਿੱਚ ਪ੍ਰੈਜ਼ੈਂਟ ਹਨ, ਔਰ ਜਿਹੜਾ ਸਕ੍ਰੋਟਲ ਸੈਕ ਹੈ ਉਹ ਹੇਅਰੀ ਹੁੰਦਾ ਹੈ, ਹੇਅਰਸ ਦਿਖਾਇਆ ਮੈਂ ਇੱਥੇ। ਟੈਸਟਿਸ ਜਿਹੜੇ ਨੇ ਉਹ ਸਕ੍ਰੋਟਲ ਸੈਕ ਦੀ ਵਾਲ ਦੇ ਨਾਲ ਜੁੜੇ ਹੋਏ ਹੈ, ਉਹਦੇ 'ਚ ਫਲੋਟ ਨਹੀਂ ਕਰ ਰਹੇ, ਉਹਦੀ ਵਾਲ ਦੇ ਨਾਲ ਜੁੜੇ ਹੋਏ ਨੇ। ਔਰ ਇਹ ਜਿਹੜਾ ਇੱਕ ਫਾਈਬਰਸ ਸਟ੍ਰੈਂਡ ਹੈ ਜਿਹਦੇ ਨਾਲ ਟੈਸਟਿਸ ਜੁੜੇ ਹੋਏ ਹੈ, ਇਸ ਨੂੰ ਅਸੀਂ ਕਹਿੰਦੇ ਹਾਂ ਗਿਊਬਰਨੈਕੂਲਮ, ਦੈਟ ਇਜ਼ ਨੋਨ ਐਜ਼ ਗਿਊਬਰਨੈਕੂਲਮ, ਰਾਈਟ। ਸਕ੍ਰੋਟਲ ਸੈਕ ਐਂਡ ਟੈਸਟਿਸ ਦੇ ਵਿੱਚ ਜਿਹੜੇ ਮੈਂ ਡਾਟਸ ਸ਼ੋ ਕੀਤੇ ਨੇ, ਇਹ ਇੱਕ ਫਲੂਇਡ ਹੈ, ਇਹਨੂੰ ਅਸੀਂ ਹਾਈਡਰੋਸੀਲ ਬੋਲਦੇ ਹਾਂ, ਇਟ ਇਜ਼ ਅ ਫਲੂਇਡ। ਸਾਈਡ 'ਤੇ ਐਪੀਡਾਈਡਾਈਮਿਸ ਹੈ, ਐਪੀਡਾਈਡਾਈਮਿਸ ਨੂੰ ਮੈਂ ਬਾਅਦ 'ਚੋਂ ਐਕਸਪਲੇਨ ਕਰਾਂਗੀ। ਸੈਕੰਡਰੀ ਸੈਕਸ ਆਰਗਨ ਹੈ, ਐਂਡ ਸਭ ਤੋਂ ਉੱਪਰ ਇੱਕ ਮੈਂ ਕੈਨਾਲ ਬਣਾਈ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਇਨਗੁਇਨਲ ਕੈਨਾਲ। ਇਨਗੁਇਨਲ ਕੈਨਾਲ ਦਾ ਕੀ ਫੰਕਸ਼ਨ ਹੈਗਾ, ਇਹ ਸਕ੍ਰੋਟਲ ਸੈਕ ਨੂੰ ਐਬਡੋਮਨ ਕੈਵਿਟੀ ਦੇ ਨਾਲ ਕਨੈਕਟ ਕਰਦੀ ਹੈ। ਠੀਕ ਹੈ, ਆਪਾਂ ਬਹੁਤ ਡਿਟੇਲਸ ਜਿਹਨੂੰ ਨਹੀਂ ਕਰਨਾ। ਇਟ ਕਨੈਕਟਸ ਦਾ ਸਕ੍ਰੋਟਲ ਸੈਕ ਐਂਡ ਦਾ ਐਬਡੋਮਨ ਕੈਵਿਟੀ, ਰਾਈਟ। ਸੋ ਇਹ ਸਾਡੇ ਟੈਸਟਿਸ ਨੇ ਜੋ ਕਿ ਸਕ੍ਰੋਟਲ ਸੈਕ ਦੇ ਅੰਦਰ ਹਨ। ਸਾਡੇ ਜਿਹੜੇ ਸਕ੍ਰੋਟਲ ਸੈਕ ਨੇ, ਇੱਥੇ ਮੈਂ ਇੱਕ ਸਟਾਰ ਬਣਾਇਆ ਹੈ ਕਿ ਸਕ੍ਰੋਟਲ ਸੈਕ ਜੋ ਹੈ ਦੇ ਐਕਟ ਐਜ਼ ਥਰਮੋ ਰੈਗੂਲੇਟਰਸ। ਔਰ ਇੱਕ ਇੰਪੋਰਟੈਂਟ ਕੁਐਸਚਨ ਵੀ ਹੈ ਕਿ why do they act as thermoregulators? ਬਿਕੋਜ਼ ਜਿਹੜੇ ਸਾਡੇ ਸਕ੍ਰੋਟਲ ਸੈਕ ਨੇ ਉਹ ਟੈਸਟਿਸ ਦਾ ਜਿਹੜਾ ਟੈਂਪਰੇਚਰ ਹੈ ਇਸ ਨੂੰ 2 ਤੋਂ ਲੈ ਕੇ 2.5 ਡਿਗਰੀ ਸੈਲਸੀਅਸ ਬੋਡੀ ਟੈਂਪਰੇਚਰ ਨਾਲੋਂ ਘੱਟ ਰੱਖਦੇ ਹਨ। ਦੇ ਕੀਪ ਦਾ ਟੈਸਟਿਸ ਟੈਂਪਰੇਚਰ
2 to 2.5 degree C lower than the body temperature for the normal spermatogenesis, because high temperature ਜਿਹੜਾ ਹੁੰਦਾ ਹੈ ਉਸ ਦੇ ਉੱਪਰ ਜਿਹੜਾ spermatogenesis ਹੈ ਉਹ ਪ੍ਰੋਪਰ ਨਹੀਂ ਹੁੰਦਾ, ਹਾਈ ਟੈਂਪਰੇਚਰ ਸਪਰਮਸ ਨੂੰ ਕਿਲ ਕਰ ਦਿੰਦਾ ਹੈ। ਇਸ ਕਰਕੇ ਜਿਹੜਾ ਸਕਰੋਟਲ ਸੈਕ ਹੈ ਉਹ ਇੱਕ ਥਰਮੋ ਰੈਗੂਲੇਟਰ ਦਾ ਕੰਮ ਕਰਦਾ ਹੈ, ਟੈਂਪਰੇਚਰ ਨੂੰ ਰੈਗੂਲੇਟ ਕਰਦਾ ਹੈ, ਕੰਟਰੋਲ ਕਰਦਾ ਹੈ, ਤਾਂ ਕਿ ਸਪਰਮੈਟੋਜੈਨੇਸਿਸ ਜਿਹੜਾ ਹੈਗਾ ਉਹ ਨੋਰਮਲ ਤਰੀਕੇ ਨਾਲ ਹੋ ਸਕੇ। ਸੇਮ ਬੱਚੇ ਇੱਕ ਬਹੁਤ ਬਿਊਟੀਫੁਲ ਡਾਇਗਰਾਮ ਮੈਂ ਤੁਹਾਨੂੰ ਸੇਮ ਜੋ ਮੈਂ ਤੁਹਾਨੂੰ ਖੁਦ ਡਰਾ ਕੀਤਾ ਉਸ ਨੂੰ ਹੋਰ ਅੱਛੀ ਤਰ੍ਹਾਂ ਐਕਸਪਲੇਨ ਕਰਨ ਵਾਸਤੇ ਬੱਚੇ ਇਹ ਦੋ ਟੈਸਟੀਜ਼ ਹੈਗੀਆਂ ਨੇ ਔਰ ਟੈਸਟੀਜ਼ ਦੇ ਸੈਕ ਲਾਈਕ ਸਟਰਕਚਰ ਦੇ ਅੰਦਰ ਹਨ ਵਿਚ ਇਜ਼ ਨੋਨ ਐਜ਼ ਸਕਰੋਟਮ, ਔਰ ਇਹ ਬਹੁਤ ਨੇੜੇ ਨੇੜੇ ਨੇ ਸਕਰੋਟਮ ਦੋਨੋਂ। ਜਿਹੜਾ ਸਕਰੋਟਮ ਨੇ ਉਹਦੇ ਸੈਂਟਰ ਦੇ ਵਿੱਚ ਸੈਪਟਾ ਹੈ। ਟੈਸਟੀਜ਼ ਦੀ ਸਾਈਡ ਤੇ ਐਪੀਡਾਈਡਾਈਮਿਸ ਦਿਖਾਇਆ ਗਿਆ ਹੈ, ਤੁਹਾਨੂੰ ਮੈਂ ਬਾਅਦ ਚੋਂ ਐਕਸਪਲੇਨ ਕਰਾਂਗੀ ਵਾਟ ਇਜ਼ ਦਾ ਫੰਕਸ਼ਨ ਆਫ ਐਪੀਡਾਈਮਿਸ। ਔਰ ਇਹ ਇੱਕ ਸਪਰਮੈਟਿਡ ਕੌਰਡ ਹੈ ਜੋ ਟੈਸਟੀਜ਼ ਨੂੰ ਬਲੱਡ ਸਪਲਾਈ ਔਰ ਨਰਵਸ ਜਿਹੜੀਆਂ ਨੇ ਜਿਹੜੀ ਟੈਸਟੀਜ਼ ਨੂੰ ਅਟੈਚ ਹੁੰਦੀਆਂ ਨੇ ਆਉਂਦੀਆਂ, ਬਲੱਡ ਸਪਲਾਈ ਆਏਗੀ ਟੈਸਟੀਜ਼ ਦੇ ਕੋਲ, ਦੈਟ ਇਜ਼ ਕਾਲਡ ਸਪਰਮੈਟਿਡ ਕੌਰਡ। ਸੋ ਦਿਸ ਇਜ਼ ਜਸਟ ਟੈਸਟੀਜ਼ ਦਾ ਸਾਡਾ ਇੱਕ ਐਕਸਟਰਨਲ ਸਟਰਕਚਰ ਹੈ ਕਿ ਪੇਅਰ ਆਫ ਟੈਸਟੀਜ਼ ਨੇ, ਔਰ ਮੋਸਟ ਇੰਪੋਰਟੈਂਟ ਹੈ ਕਿ ਸਕਰੋਟਲ ਸੈਕ ਦੇ ਅੰਦਰ ਨੇ। ਓਕੇ ਬੱਚੇ, ਹੁਣ ਆਪਾਂ ਟੈਸਟੀਜ਼ ਨੂੰ ਅਗਰ ਅਸੀਂ ਟੈਸਟੀਜ਼ ਦਾ ਲੌਂਗੀਟਿਊਡਨਲ ਸੈਕਸ਼ਨ ਕੱਟਦੇ ਹਾਂ ਦੇਖਣ ਵਾਸਤੇ ਕਿ ਉਹਨਾਂ ਦੇ ਅੰਦਰ ਕੀ ਚੀਜ਼ ਹੈ ਜੋ ਸਪਰਮ ਪ੍ਰੋਡਿਊਸ ਕਰਦੀ ਹੈ, ਤਾਂ ਮੈਂ ਇੱਕ ਬਹੁਤ ਸਿੰਪਲ ਡਾਇਗਰਾਮ ਇੱਥੇ ਤੁਹਾਨੂੰ ਐਕਸਪਲੇਨ ਕਰਨ ਵਾਸਤੇ ਬਣਾਇਆ ਹੈ। ਬੱਚੇ ਟੈਸਟੀਜ਼ ਨੂੰ ਜਦੋਂ ਅਸੀਂ ਐਲਐਸ ਕੱਟਦੇ ਹਾਂ ਤਾਂ ਸਭ ਤੋਂ ਪਹਿਲਾਂ ਤੁਸੀਂ ਦੇਖੋ ਕਿ ਟੈਸਟੀਜ਼ ਦੇ ਅੰਦਰ ਆ ਜਿਹੜੀ ਮੈਂ ਰੈਡ ਲਾਈਨ ਡਰਾ ਕੀਤੀ ਹੈ ਇਹ ਕੀ ਹੈ, ਇੱਕ ਆਊਟਸਾਈਡ ਜਿਹੜਾ ਹੈਗਾ ਕਵਰ ਹੈਗਾ, ਇਸ ਨੂੰ ਅਸੀਂ ਬੋਲਦੇ ਹਾਂ ਟਿਊਨਿਕਾ ਐਲਬਿਊਜੀਨੀਆ। ਸੋ ਦਿਸ ਇਜ਼ ਨੋਨ ਐਜ਼ ਟਿਊਨਿਕਾ ਐਲਬਿਊਜੀਨੀਆ। ਟਿਊਨਿਕਾ ਐਲਬਿਊਜੀਨੀਆ ਬਾਹਰ ਵਾਲੀ ਸਾਈਡ 'ਤੇ ਇੱਕ ਹੋਰ ਕਵਰ ਹੈ ਜੋ ਟੈਸਟੀਜ਼ ਨੂੰ ਕਵਰ ਕਰਦਾ ਹੈ, ਦੈਟ ਇਜ਼ ਨੋਨ ਐਜ਼ ਟਿਊਨਿਕਾ ਵੈਜੀਨੈਲਿਸ। ਸੋ ਇਹ ਜਿਹੜਾ ਕਵਰ ਹੈ ਦੈਟ ਇਜ਼ ਨੋਨ ਐਜ਼ ਟਿਊਨਿਕਾ ਵੈਜੀਨੈਲਿਸ। ਟਿਊਨਿਕਾ ਐਲਬਿਊਜੀਨੀਆ ਜੋ ਹੁੰਦਾ ਹੈ ਅੰਦਰ ਵਾਲੀ ਸਾਈਡ 'ਤੇ, ਅਗਰ ਤੁਸੀਂ ਧਿਆਨ ਨਾਲ ਦੇਖੋ ਟਿਊਨਿਕਾ ਐਲਬਿਊਜੀਨੀਆ ਅੰਦਰ ਵਾਲੀ ਸਾਈਡ 'ਤੇ ਇਸ ਤਰ੍ਹਾਂ ਦੇ ਬਹੁਤ ਸਾਰੇ ਇਹ ਫੋਲਡਸ ਬਣਾ ਰਿਹਾ ਹੈ, ਇਹ ਕੰਪਾਰਟਮੈਂਟਸ ਬਣਾ ਰਿਹਾ ਹੈ, ਇਹਨਾਂ ਨੂੰ ਅਸੀਂ ਕਹਿੰਦੇ ਹਾਂ ਲੋਬਿਊਲਸ। ਦੇ ਆਰ ਨੋਨ ਐਜ਼ ਲੋਬਿਊਲਸ ਜਾਂ ਇਹ ਸੈਪਟਾਸ ਬੋਲਦੇ ਇਹਨਾਂ ਨੂੰ। ਸੋ ਇੱਕ ਟੈਸਟੀਜ਼ ਦੇ ਅੰਦਰ 200 ਤੋਂ ਲੈ ਕੇ 300 ਤੱਕ ਜਾਂ 250 ਲੋਬਿਊਲਸ ਹੁੰਦੇ ਨੇ ਇੱਕ ਟੈਸਟੀਜ਼ ਦੇ ਅੰਦਰ। ਸੋ ਲੋਬਿਊਲਸ ਕਿਆ ਚੀਜ਼ ਨੇ, ਅਗਰ ਇਹ ਟੈਸਟੀਜ਼ ਹੈ ਤਾਂ ਇਸ ਦੇ ਅੰਦਰ ਇਸ ਤਰ੍ਹਾਂ ਕੰਪਾਰਟਮੈਂਟਸ ਬਣੇ ਹੋਏ ਨੇ। ਸੋ ਠੀਕ, ਇਹਨਾਂ ਕੰਪਾਰਟਮੈਂਟਸ ਨੂੰ ਆਪਾਂ ਕੀ ਬੋਲਦੇ ਹਾਂ, ਲੋਬਿਊਲਸ ਬੋਲਦੇ ਹਾਂ। ਨਾਓ ਹੁਣ ਕੀ ਹੈ, ਇੱਕ ਜਿਹੜਾ ਲੋਬਿਊਲ ਆਪਾਂ ਬਣਾਇਆ ਜਾਂ ਇੱਕ ਜਿਹੜਾ ਕੰਪਾਰਟਮੈਂਟ ਆਪਾਂ ਬਣਾਇਆ ਉਸ ਦੇ ਵਿੱਚ 1 ਤੋਂ ਲੈ ਕੇ 3 ਤੱਕ ਸੈਮੀਨੀਫੈਰਸ ਟਿਬਿਊਲਸ ਹੁੰਦੇ ਨੇ। ਸੋ ਇਹ ਸਾਰੇ ਕੀ ਨੇ, ਸੈਮੀਨੀਫੈਰਸ, ਇਹ ਸਾਰੇ ਸੈਮੀਨੀਫੈਰਸ ਟਿਬਿਊਲਸ ਹੈਗੇ ਨੇ ਜੋ ਕਿ ਇੱਕ ਬਹੁਤ ਜ਼ਿਆਦਾ ਕੋਇਲਡ, ਇਹਨਾਂ ਨੂੰ ਅਸੀਂ ਕਨਵੋਲਿਊਟਿਡ ਸਟਰਕਚਰਸ ਕਹਿੰਦੇ ਹਾਂ, ਜੋ ਬਹੁਤ ਜ਼ਿਆਦਾ ਕੋਇਲਡ ਸਟਰਕਚਰਸ ਨੇ। ਐਲਿਸ ਨੂੰ ਧਿਆਨ ਨਾਲ ਸਮਝਣ ਵਾਸਤੇ ਦੇਖੋ ਬੱਚੇ, ਜਿਹੜੇ ਸੈਮੀਨੀਫੈਰਸ ਟਿਬਿਊਲਸ ਇੱਥੇ ਮੈਂ ਬਣਾਏ ਹਨ, ਸੈਮੀਨੀਫੈਰਸ ਟਿਬਿਊਲ ਕੀ ਕਰਦੇ ਨੇ, ਇਸ ਤਰ੍ਹਾਂ ਇਹ ਕੋਇਲਡ ਸਟਰਕਚਰ ਨੇ, ਉਸ ਤੋਂ ਬਾਅਦ ਇਹ ਸਟ੍ਰੇਟ ਹੋ ਜਾਂਦੇ ਆ। ਠੀਕ ਹੈ, ਇੱਕ ਹੋਰ ਕੋਇਲਡ ਸਟਰਕਚਰ ਆਇਆ, ਫਿਰ ਇਹ ਸਟ੍ਰੇਟ ਹੋ ਗਿਆ। ਅੱਗੇ ਜਦੋਂ ਇਹ ਸਟ੍ਰੇਟ ਹੋ ਜਾਂਦੇ ਨੇ ਉਸ ਤੋਂ ਬਾਅਦ ਜਾ ਕੇ ਇੱਕ ਇਸ ਤਰ੍ਹਾਂ ਨੈਟਵਰਕ ਬਣਾ ਦਿੰਦੇ ਨੇ, ਇਸ ਨੈਟਵਰਕ ਨੂੰ ਅਸੀਂ ਬੋਲਦੇ ਹਾਂ ਰੀਟ ਟੈਸਟੀਜ਼। ਦਿਸ ਇਜ਼ ਨੋਨ ਐਜ਼ ਰੀਟ ਟੈਸਟੀਜ਼। ਐਂਡ ਰੀਟ ਟੈਸਟੀਜ਼ ਅੱਗੇ ਜਾ ਕੇ ਸਟ੍ਰੇਟ ਟਿਊਬਸ ਬਣਾਉਂਦੇ ਨੇ ਜਿਹਨੂੰ ਅਸੀਂ ਕਹਿੰਦੇ ਹਾਂ ਵਾਸ ਐਫਰੈਂਸ਼ੀਆ। ਦਿਸ ਇਜ਼ ਨੋਨ ਐਜ਼ ਵਾਸ ਐਫਰੈਂਸ਼ੀਆ। ਬੱਚੇ ਮੈਂ ਫਿਰ ਐਕਸਪਲੇਨ ਕਰ ਰਹੀ ਹਾਂ, ਧਿਆਨ ਨਾਲ ਦੇਖੋ। ਜਿਵੇਂ ਕੋਇਲਡ ਸੈਮੀਨੀਫੈਰਸ ਟਿਬਿਊਲ ਆਇਆ, ਸਟ੍ਰੇਟ ਹੋ ਗਿਆ, ਕੋਇਲਡ ਸੈਮੀਨੀਫੈਰਸ ਟਿਬਿਊਲ ਆਇਆ, ਸਟ੍ਰੇਟ ਹੋ ਗਿਆ, ਕੋਇਲਡ ਟਿਬਿਊਲ ਆਇਆ, ਸਟ੍ਰੇਟ ਹੋ ਗਿਆ, ਰਾਈਟ। ਇੱਥੇ ਆ ਕੇ ਫਿਰ ਇਸਨੇ ਇੱਕ ਨੈਟਵਰਕ ਇਸ ਤਰ੍ਹਾਂ ਬਣਾਇਆ, ਇਸ ਤਰ੍ਹਾਂ ਇੱਕ ਨੈਟਵਰਕ ਬਣ ਜਾਂਦਾ ਹੈ। ਔਰ ਇਹ ਜਿਹੜਾ ਨੈਟਵਰਕ ਬਣਦਾ ਹੈ ਇਹਨੂੰ ਅਸੀਂ ਰੀਟ ਟੈਸਟੀਜ਼ ਕਹਿੰਦੇ ਹਾਂ। ਔਰ ਰੀਟ ਟੈਸਟੀਜ਼ ਅੱਗੇ ਜਾ ਕੇ ਟਿਊਬ ਲਾਈਕ ਸਟਰਕਚਰ ਫਿਰ ਤੋਂ ਬਣਾਉਂਦੇ ਨੇ, ਇਸ ਟਿਊਬ ਲਾਈਕ ਸਟਰਕਚਰ ਨੂੰ ਅਸੀਂ ਬੋਲਦੇ ਹਾਂ ਵਾਸਾ ਐਫਰੈਂਸ਼ੀਆ। ਵਾਸਾ ਐਫਰੈਂਸ਼ੀਆ ਜੋ ਹੁੰਦਾ ਹੈ ਉਹ ਅੱਗੇ ਟੈਸਟੀਜ਼ ਦੇ ਸਾਈਡ 'ਤੇ ਇੱਕ ਸਟਰਕਚਰ ਲੱਗਿਆ ਹੈ ਵਿਚ ਇਜ਼ ਨੋਨ ਐਜ਼ ਐਪੀਡਾਈਡਾਈਮਿਸ। ਠੀਕ ਹੈ, ਸੋ ਇਹ ਜਿਹੜਾ ਵਾਸਾ ਐਫਰੈਂਸ਼ੀਆ ਦੀ ਟਿਊਬਸ ਜਿਹੜੇ ਨੇ ਇਹ ਕਿੱਥੇ ਖੁੱਲ੍ਹਦੇ ਆ ਜਾ ਕੇ, ਇਹ ਖੁੱਲ੍ਹਦੇ ਨੇ ਐਪੀਡਾਈਡਾਈਮਿਸ ਦੇ ਵਿੱਚ। ਇੱਥੇ ਮੈਂ ਲਿਖਿਆ ਹੈ ਕੈਪੁਟ,
कैप मैं बाद चो थोनों एक्सप्लेन करांगी। कैप लाइक स्ट्रक्चर है, हैड है एपीडाइडाइमिस का, इसलिए असीं इहनूं कहंदे हां कैपुट। फिर उहदी बॉडी हुंदी है, इहनूं असीं कहंदे हां कॉर्पस। फिर एपीडाइडाइमिस की टेल नीचे आ रही है, इहनूं असीं कहंदे हां कॉडा। राइट, सो ये बच्चे की है, ये एलएस ऑफ टेस्टिस है। अगर असीं लॉन्गिट्यूडनली टेस्टिस नूं कटदे हां ਤਾਂ उस सैक्शन ਉਹਦਾ ਕੱਟਾਂਗੇ ਤਾਂ ਉਸ ਦੇ ਵਿੱਚ ਸਾਨੂੰ ਇੱਕ ਟੈਸਟਿਸ ਦੇ ਵਿੱਚ 250 ਲੋਬਿਊਲਸ ਨਜ਼ਰ ਆਉਣਗੇ ਔਰ ਇੱਕ ਕੰਪਾਰਟਮੈਂਟ ਦੇ ਵਿੱਚ 1 ਤੋਂ ਲੈ ਕੇ 3 ਤੱਕ ਸੈਮੀਨੀਫੇਰਸ ਟਿਬਿਊਲਸ ਹੋਣਗੇ। ਸੋ ਦਿਸ ਇਜ਼ एलएस ऑफ टेस्टिस। और टेस्टिस बाहर ट्यूनिका एल्ब्यूजिनिया नाल कवर्ड है और ट्यूनिका एल्ब्यूजिनिया के बाहर जिहड़ा एक कवर है टेस्टिस का उसनूं असीं बोलते हाँ ट्यूनिका वैजिनैलिस विच इज़ प्रेजेंट आउटसाइड ट्यूनिका एल्ब्यूजिनिया। राइट, नाउ जो मैं थोनों हुणे ड्रॉ करके दसिया ये सेम टेस्टिस का एलएस हैगा। सो बच्चे ट्यूनिका एल्ब्यूजिनिया है, दैन ट्यूनिका वैजिनैलिस है। राइट, ये जिहड़ा स्ट्रक्चर दिख रहा थोनों ये एपीडाइडाइमिस है। दैन उसके अंदर कंपार्टमेंट्स दिखाए गए ने। आ क्वाइल्ड स्ट्रक्चर जिहड़े ने सारे सैमिनीफेरस ट्यूब्यूल्स ने। बहुत ध्यान नाल समझो, सैमिनीफेरस ट्यूब्यूल्स देखो सारे स्ट्रेट हो गए, स्ट्रेट होके उन्होंने ये नेटवर्क बनाया जिन्हों असी रीच टेस्टिस बोलिया। रीच टेस्टिस अगे जाके फिर ट्यूब लाइक स्ट्रक्चर फॉर्म कर रहे हैं विच इज़ नोन एज वासा एफ्रेंशिया। वासा एफ्रेंशिया अगे जाके कादे च खुल रहे ने, जिहड़ा एपीडाइडाइमिस है उसके हैड दे विच ट्यूब्स जिहड़ियां ने वो ओपन हो रही हैं। सो जदों इत्थे स्पर्म प्रोड्यूस होणगे तो इस रस्ते दे नाल जदों सैमिनीफेरस ट्यूब्यूल्स जदों स्पर्म बनाणगे, मैं हुणे तुहानूं एक्सप्लेन करांगी, तो स्पर्म्स जिहड़े ने सैमिनीफेरस ट्यूब्यूल्स दे विचों होके रीच टेस्टिस च जाणगे, रीच टेस्टिस तो वासा एफ्रेंशिया च जाणगे, वासा एफ्रेंशिया तो बाद जिहड़ा एपीडाइडाइमिस है उहदे हैड दे कोल जाणगे। राइट, ना हुण आपां नैक्सट स्ट्रक्चर करन जा रहे हाँ। अगर जो साडे सैमिनीफेरस ट्यूब्यूल्स मैं तुहानूं हुणे दिखाए कि इस तरह जिहड़े साडे कंपार्टमेंट्स हैं उन्हां दे विच इस तरह सैमिनीफेरस ट्यूब्यूल्स प्रेजेंट हैं जो कि क्वाइल्ड स्ट्रक्चर हैं। सो बच्चे जदों सैमिनीफेरस ट्यूब्यूल्स का असी ट्रांसफर्स सैक्शन कट्टांगे, जिवें एक ट्यूब्यूल है उन्होंने असी ट्रांसफर्सली कट्टांगे तां ये वो डायग्राम है टीएस ऑफ सैमिनीफेरस ट्यूब्यूल्स। सो इस दे विच ये सारे की ने, ये सारे सैमिनीफेरस ट्यूब्यूल्स हैं, जिवें 1 है 2 है 3 एंड 4 सैमिनीफेरस ट्यूब्यूल्स इत्थे तुहानूं नज़र आ रहे ने। हुण इत्थे ध्यान नाल देखो जिहड़े सैमिनीफेरस ट्यूब्यूल्स ने इस दे 1 2 ये जिहड़े ट्यूब्यूल्स बने हैं उन्हां दे विच जिहड़ा स्पेस है, जिहड़ी खाली जगह है, इस स्पेस नूं असीं बोलदे हां इंटरस्टिशियल स्पेस। और इत्थे इंटरस्टिशियल टिश्यू हुंदा है, इंटरस्टिशियल यानी कि सैमिनीफेरस ट्यूब्यूल्स दे विच जिहड़ा टिश्यू है इसनूं असीं बोलदे हां इंटरस्टिशियल टिश्यू। सैमिनीफेरस ट्यूब्यूल्स जिहड़े ने, जे तुसीं इहनूं ध्यान नाल देखो, सैमिनीफेरस ट्यूब्यूल्स दे अंदर मैं 2 तरह के सैल्स बनाए हैं। ये जिहड़ा इहदे अंदर लाइनिंग है ये सारा की है, ये जर्मिनल एपीथीलियम है। सो दिस इज ऑल, दिस इज जर्मिनल एपीथीलियम, जर्मिनल एपीथीलियम सैल। जर्मिनल एपीथीलियल जिहड़ा हुंदा है ये 2 तरह के सैल बनांदा है, एक हुंदा है जर्म सैल, एक हुंदा है सर्टोली सैल। जर्म सैल्स जो हुंदे ने, जर्म सैल्स डिवाइड करते हैं एंड दे प्रोड्यूस स्पर्म्स, दे प्रोड्यूस स्पर्म्स। स्पर्मेटोजेनेसिस हुंदा और स्पर्म प्रोड्यूस करते हैं। लेकिन जिहड़े जर्म सैल्स के नाल जिहड़े इत्थे ये सैल दिखाए गए ने जो पिरामिडल शेप के सैल बनाए हैं, इन्हां नूं असीं बोलदे हां सर्टोली सैल्स। सर्टोली सैल्स जिहड़े हुंदे ने इन्हां दा काम की है, दे प्रोवाइड नरिशमेंट टू द डिवेलपिंग स्पर्म्स। स्पर्म्स नूं नरिशमेंट दिंदे ने, इस करके इन्हां नूं असीं नर्स सैल भी बोलदे हां। सो जे असी सैमिनीफेरस ट्यूब्यूल दे देखिए, सैमिनीफेरस ट्यूब्यूल्स के अंदर 2 तरह के सैल्स आपां देखे, नंबर 1 जर्म सैल्स एंड नंबर 2 सर्टोली सैल्स। राइट, नाउ जिहड़ा साडा इंटरस्टिशियल टिश्यू आपां देखिया, सैमिनीफेरस ट्यूब्यूल दे विच जिहड़ी जगह हैगी है उत्थे की है स्पैशल तरह के सैल्स ने, दे आर नोन एज लेडिक सैल्स। इन्हों असी लेडिक सैल्स भी कहते हाँ, इन्हों असी इंटरस्टिशियल सैल्स भी बोलते हाँ, क्योंकि इंटरस्टिशियल टिश्यू के विच प्रेजेंट होंगे। राइट,
ਤਾਂ ਇਹ ਜਿਹੜੇ ਹੁਣ ਸੈੱਲ ਕੀ ਇੰਪੋਰਟੈਂਟ ਕੰਮ ਕਰਨਗੇ ਤੁਹਾਨੂੰ ਮੈਂ ਨੈਕਸਟ ਐਕਸਪਲੇਨ ਕਰੂੰਗੀ। ਨਾਓ ਸਭ ਤੋਂ ਪਹਿਲਾਂ ਬੱਚੇ ਜਰਮ ਸੈਲਸ ਮੈਂ ਤੁਹਾਨੂੰ ਦੱਸਿਆ, ਜਰਮ ਸੈਲਸ ਕਿੱਥੇ ਪ੍ਰੈਜ਼ੈਂਟ ਹੈ, ਸੈਮੀਨੀਫੈਰਸ ਟਿਬਿਊਲਸ ਦੇ ਅੰਦਰ ਪ੍ਰੈਜ਼ੈਂਟ ਹੈ। ਜਰਮ ਸੈਲਸ ਕੀ ਕਰਨਗੇ, ਦੇ ਅੰਡਰਗੋ ਸਪਰਮੈਟੋਜੈਨੇਸਿਸ ਐਂਡ ਦੇ ਫॉर्म ਹੈਪਲੋਇਡ ਮੋਟਾਈਲ ਮੇਲ ਗੈਮੀਟ। ਕਿਊਬੋਇਡਲ ਸ਼ੇਪ ਦੇ ਸੈੱਲ ਨੇ ਔਰ ਇਹ ਸੈੱਲ ਸਾਡੇ ਮੋਟਾਈਲ ਮੇਲ ਗੈਮੀਟ ਪ੍ਰੋਡਿਊਸ ਕਰਨਗੇ ਵਿਚ ਇਜ਼ ਹੈਪਲੋਇਡ। ਉਸ ਤੋਂ ਬਾਅਦ ਦੂਸਰੇ ਹੁਣੇ ਤੁਹਾਨੂੰ ਮੈਂ ਸਰਟੋਲੀ ਸੈੱਲ ਦੱਸੇ ਜਿਹੜੇ ਕਿ ਪਿਰਾਮਿਡਲ ਸ਼ੇਪ ਦੇ ਨੇ, ਕਿਉਂਕਿ ਮੋਸਟਲੀ ਥੋੜ੍ਹੇ ਲੰਬੇ ਸੈੱਲ ਆਪਾਂ ਬਣਾਏ ਆ ਉਹਦੇ ਵਿੱਚ। ਔਰ ਇਹ ਸੈਲਸ ਦਾ ਇਹ ਨਰਸ ਸੈਲਸ ਨੇ, ਇਹ ਨਰਿਸ਼ਮੈਂਟ ਪ੍ਰੋਵਾਈਡ ਕਰਨਗੇ, ਨਿਊਟ੍ਰੀਸ਼ਨ ਪ੍ਰੋਵਾਈਡ ਕਰਨਗੇ ਟੂ ਦ ਡਿਵੈਲਪਿੰਗ ਸਪਰਮਸ। ਨੈਕਸਟ ਹੈਗਾ ਲੇਡਿਕ ਸੈਲਸ। ਲੇਡਿਕ ਸੈਲਸ ਆਰ ਆਲਸੋ ਨੋਨ ਐਜ਼ ਇੰਟਰਸਟੀਸ਼ੀਅਲ ਸੈਲਸ। ਨਾਓ ਲੇਡਿਕ ਸੈਲਸ ਜਿਹਨੇ ਇਹਨਾਂ ਨੂੰ ਅਸੀਂ ਐਂਡੋਕਰਾਈਨ ਸੈਲਸ ਕਹਿੰਦੇ ਹਾਂ, ਬਿਕੋਜ਼ ਦੇ ਪ੍ਰੋਡਿਊਸ ਮੇਲ ਸੈਕਸ ਹਾਰਮੋਨ that is known as testosterone। ਮੇਲ ਦਾ ਸੈਕਸ ਹਾਰਮੋਨ ਪ੍ਰੋਡਿਊਸ ਹੋਏਗਾ ਤਾਂ ਹੀ ਜਦੋਂ ਪਿਊਬਰਟੀ ਆਏਗੀ ਮੇਲ ਦੇ ਵਿੱਚ ਮੇਲ ਲਾਈਕ ਕਰੈਕਟਰਸ ਪ੍ਰੋਡਿਊਸ ਹੋਣਗੇ। ਔਰ ਜਿਹੜਾ ਸੈਕਸ ਹਾਰਮੋਨ ਹੈ ਟੈਸਟੋਸਟੇਰੋਨ, ਇਹ ਸਪਰਮੈਟੋਜੈਨੇਸਿਸ ਕੰਟਰੋਲ ਕਰਦਾ ਹੈ। ਔਰ ਜਿੰਨੇ ਵੀ ਸੈਕੰਡਰੀ ਕਰੈਕਟਰਸ, ਸੈਕਚੁਅਲ ਕਰੈਕਟਰਸ ਆਉਂਦੇ ਨੇ ਜਾਂ ਜਿਹੜੇ ਸਾਡੇ ਸੈਕੰਡਰੀ ਆਰਗਨਸ ਨੇ ਉਹਨਾਂ ਦੀ ਫੰਕਸ਼ਨਿੰਗ ਵੀ ਟੈਸਟੋਸਟੇਰੋਨ ਜਿਹੜਾ ਹੈਗਾ ਉਹ ਕੰਟਰੋਲ ਕਰਦਾ ਹੈ। ਸੋ ਇਹ ਬਹੁਤ ਹੀ ਇੰਪੋਰਟੈਂਟ ਮੇਲ ਦਾ ਸੈਕਸ ਹਾਰਮੋਨ ਹੈ ਵਿਚ ਇਜ਼ ਪ੍ਰੋਡਿਊਸਡ ਬਾਈ ਲੇਡਿਕ ਸੈਲਸ। ਸੋ ਬੱਚੇ ਇੱਥੇ ਅਸੀਂ ਇਹ ਗੱਲ ਯਾਦ ਰੱਖਣੀ ਹੈ ਕਿ ਸੈਮੀਨੀਫੈਰਸ ਟਿਬਿਊਲਸ ਦੇ ਅੰਦਰ ਜਰਮ ਸੈਲਸ ਹੈ ਔਰ ਸਰਟੋਲੀ ਸੈਲਸ ਨੇ, ਬਟ ਸੈਮੀਨੀਫੈਰਸ ਟਿਬਿਊਲ ਦੇ ਬਾਹਰ ਜਿਹੜਾ ਇੰਟਰਸਟੀਸ਼ੀਅਲ ਸਪੇਸ ਹੈਗਾ ਉੱਥੇ ਸਾਡੇ ਲੇਡਿਕ ਸੈਲਸ ਨੇ ਵਿਚ ਆਰ endocrine cells and which produces male sex hormone that is known as testosterone। ਸੋ ਬੱਚੇ ਅੱਜ ਆਪਾਂ ਆਪਣਾ ਮੇਲ ਰਿਪਰੋਡਕਟਿਵ ਸਿਸਟਮ ਦੇ 3 ਬਹੁਤ ਇੰਪੋਰਟੈਂਟ ਕੁਐਸਚਨਸ ਵੀ ਆਪਾਂ ਕੀਤੇ ਜੋ ਐਗਜ਼ਾਮੀਨੇਸ਼ਨ ਪੁਆਇੰਟ ਆਫ ਵਿਊ ਨਾਲ ਵੀ ਇੰਪੋਰਟੈਂਟ ਹੈ। LS ਆਫ ਟੈਸਟਿਸ ਆਪਾਂ ਕੀਤਾ, TS ਆਫ ਟੈਸਟਿਸ ਕੀਤਾ ਔਰ ਸਰਟੋਲੀ ਸੈਲਸ ਹੈ, ਲੇਡਿਕ ਸੈਲਸ ਨੇ ਕਿੱਥੇ ਪ੍ਰੈਜ਼ੈਂਟ ਹੈ ਔਰ ਕੀ ਇਹਨਾਂ ਦੇ ਫੰਕਸ਼ਨ ਹੈ, ਇਹ ਐਗਜ਼ਾਮੀਨੇਸ਼ਨ ਪੁਆਇੰਟ ਆਫ ਵਿਊ ਨਾਲ ਵੀ ਇੰਪੋਰਟੈਂਟ ਹੈ। ਸੋ ਆਈ ਹੋਪ ਤੁਹਾਨੂੰ ਅੱਜ ਦਾ ਇਹ ਲੈਕਚਰ ਸਮਝ ਆ ਗਿਆ ਹੋਵੇਗਾ। ਤੁਸੀਂ ਡਾਇਗਰਾਮਸ ਆਪਣੇ ਨੋਟਸ ਦੇ ਵਿੱਚ ਡਰਾਅ ਕਰਿਓ ਔਰ ਜੋ ਅੱਜ ਤੁਹਾਨੂੰ ਮੈਂ ਨੋਟਸ ਸੈਂਡ ਕੀਤੇ ਸੀ ਤੁਸੀਂ ਉਹਦੇ ਨਾਲ ਰਿਲੇਟ ਕਰਕੇ ਇਸ ਲੈਕਚਰ ਨੂੰ ਸਮਝਣ ਦੀ ਕੋਸ਼ਿਸ਼ ਕਰਿਓ। ਕੱਲ੍ਹ ਆਪਾਂ ਆਪਣਾ ਹਿਊਮਨ ਮੇਲ ਰਿਪਰੋਡਕਟਿਵ ਸਿਸਟਮ ਨੂੰ ਅੱਗੇ ਪੜ੍ਹਾਂਗੇ। ਥੈਂਕ ਯੂ ਸੋ ਮਚ ਬੱਚੇ, ਹੈਵ ਅ ਨਾਈਸ ਡੇ।